व्यूअर्स ब्रेक तो बाद तुहाडा सारिਆਂ ਦਾ स्वागत है। गलबात ਨੂੰ ਅੱਗੇ ਤੋਰਦੇ ਹਾਂ। डॉक्टर साहब, ਜਿਹੜਾ ਇਸ वक्त माहौल ਬਣਿਆ ਹੋਇਆ पंजाब ਦੇ ਵਿੱਚ, मतलब एक डर ਦਾ, सहम ਦਾ, ਪੱਤਰਕਾਰਾਂ ਦੀ, ਐਕਟਿਵਿਸਟ ਦੀ ਫੜੋ ਫੜਾਈ, ਸੋ ਇੱਕ मतलब ਸਟੇਟ ਨੇ ਇੱਕ ਸੁਨੇਹਾ ਦਿੱਤਾ ਆ ਪੰਜਾਬ ਨੂੰ ਤੇ ਜਿਹੜੀ ਵੀ ਆਵਾਜ਼ ਸਟੇਟ ਦਾ ਵਿਰੋਧ ਕਰਦੀ ਹੈ ਉਹਨੂੰ ਕਿ ਅਸੀਂ ਤੁਹਾਨੂੰ ਦੇਖ ਰਹੇ ਹਾਂ, ਤੁਸੀਂ ਸੰਭਲ ਜਾਓ, ਜੇ ਨਹੀਂ ਸੰਭਲੋਗੇ ਤੇ ਫਿਰ NSA UAPA ਜਾਂ ਜਿਹੜਾ ਅਸੀਂ ਇਹਦੇ ਤੋਂ ਵੀ ਫਰਦਰ ਜਾ ਕੇ ਅਸੀਂ ਤੁਹਾਨੂੰ ਟੈਕਲ ਕਰਾਂਗੇ ਜਾਂ ਤੁਹਾਨੂੰ ਅਸੀਂ ਦਬਾਵਾਂਗੇ। ਸੋ ਹੁਣ ਇਹਦੇ 'ਚ ਜਿੱਥੇ ਇੱਕ ਪਾਸੇ ਇਹ ਮਾਹੌਲ ਹੈ, ਉੱਥੇ ਮਤਲਬ ਜਿਹੜੇ ਸਟੇਟ ਦੇ ਖਿਲਾਫ ਸੋਚਣ ਵਾਲੇ, ਕੰਮ ਕਰਨ ਵਾਲੇ ਬੰਦੇ ਆ, ਉਹਨਾਂ ਦੇ ਲਈ ਵੀ ਇੱਕ ਸਵਾਲ ਬਣ ਜਾਂਦਾ ਵੀ ਭਾਈ ਹੁਣ ਸਾਡੀ ਅਗਲੀ ਰਣਨੀਤੀ ਕੀ ਹੋਵੇ ਜਾਂ ਅਸੀਂ ਕਿਵੇਂ ਇਸ ਰਿਪਰੈਸ਼ਨ ਦੇ ਅਗੇਂਸਟ ਅਸੀਂ ਆਪਣੀ ਆਵਾਜ਼ ਵੀ ਚੁੱਕ ਸਕੀਏ ਤੇ ਫਿਰ ਉਹਨੂੰ ਕਿਤੇ ਨਾ ਕਿਤੇ ਇੰਪਲੀਮੈਂਟ ਵੀ ਕਰ ਸਕੀਏ। ਈਵਨ ਜਿਹੜੀ ਸਰਬੱਤ ਖਾਲਸਾ ਦੀ ਗੱਲ ਵੀ ਹੈ, ਉਹਦੇ ਵਿੱਚ ਵੀ ਜਦੋਂ ਅਸੀਂ ਦੇਖਦੇ ਹਾਂ 2015 'ਚ ਵੀ ਹੋਇਆ, ਜਾਂ ਜਿਸ ਕਿਸਮ ਦਾ ਮਾਹੌਲ ਸੀ, ਮਤਲਬ ਤੁਸੀਂ ਸਟੇਟ ਦੇ ਅੰਬਰੈਲਾ ਦੇ ਥੱਲੇ ਰਹਿੰਦਿਆਂ ਹੋਇਆਂ ਉਹਨਾਂ ਦੀ ਇੰਟਰਫੀਰੈਂਸ ਜਿਸ ਕਿਸਮ ਦੀ ਹੁੰਦੀ ਹੈ, ਵਿੱਚ ਵੀ ਬਾਹਰੋਂ ਵੀ ਸਾਰਾ ਕੁਛ, ਉਹਦੇ ਵਿੱਚ ਰਹਿੰਦਿਆਂ ਉਸ ਕਿਸਮ ਦੀ ਇੰਪਲੀਮੈਂਟੇਸ਼ਨ ਨਹੀਂ ਹੋ ਪਾਉਂਦੀ। ਜੇ ਫੈਸਲੇ ਹੋਏ ਵੀ, ਉਹਨਾਂ ਨੂੰ ਤੁਸੀਂ ਇੰਪਲੀਮੈਂਟ ਕਿਵੇਂ ਕਰਨਾ, ਕਿਵੇਂ ਤੁਸੀਂ ਉਸ ਕਿਸਮ ਦਾ ਸਟਰਕਚਰ ਡਿਵੈਲਪ ਕਰਨਾ ਤੇ ਫਿਰ ਉਹਦੇ 'ਚੋਂ ਤੁਸੀਂ ਕਿਵੇਂ ਸਟੈਪ ਬਾਏ ਸਟੈਪ ਅੱਗੇ ਵਧਣਾ, ਉਹ ਨਹੀਂ ਹੋ ਪਾਉਂਦਾ ਹੈਗਾ। ਮਤਲਬ ਇਹ ਇੱਕ ਵੱਡਾ ਚੈਲੰਜ ਆ ਇਸ ਵਕਤ ਕੌਮੀ ਨਜ਼ਰੀਏ ਤੋਂ ਜੇ ਦੇਖਣਾ ਹੋਵੇ ਵੀ ਭਾਈ ਇਸ ਰਿਪਰੈਸ਼ਨ ਦੇ ਅਗੇਂਸਟ ਐਕਟ ਵੀ ਕਰਨਾ ਤੇ ਫਿਰ ਉਹਦੇ ਚੋਂ ਜੇ ਸੁਰਖਰੂ ਹੋ ਕੇ ਗਾਂਹ ਨਿਕਲਣਾ, ਉਹ ਕਿਵੇਂ ਪੋਸੀਬਲ ਹੈ ਜਿਹੜਾ ਮਾਹੌਲ ਬਣਿਆ ਹੋਇਆ। ਦੇਖੋ, ਜੇ ਤੁਸੀਂ ਅੱਜ ਭਾਰਤ ਦੇ ਮਾਹੌਲ ਨੂੰ ਇਨ ਜਨਰਲ ਔਰ ਪੰਜਾਬ ਦੇ ਮਾਹੌਲ ਨੂੰ ਇਨ ਪਾਰਟਿਕੂਲਰ ਸਮਝਣਾ ਹੈ ਤੇ ਤੁਹਾਨੂੰ 1930ਵਿਆਂ ਦਾ ਨਾਜ਼ੀ ਜਰਮਨੀ ਦਾ ਮਾਹੌਲ ਸਮਝਣਾ ਹੋਏਗਾ। ਹਾਲਾਂਕਿ ਇਹ ਨਹੀਂ ਹੈ ਕਿ ਜਰਮਨੀ ਕੋਈ ਕੱਟ ਆਫ ਸੀ ਬਾਕੀ ਦੁਨੀਆ ਨਾਲੋਂ। ਅਸੀਂ ਦੇਖਦੇ ਹਾਂ ਕਿ 1932 ਦੀਆਂ ਓਲੰਪਿਕਸ ਵੀ ਹੁੰਦੀਆਂ ਨੇ, 1936 ਦੀਆਂ ਓਲੰਪਿਕਸ ਜਿਨ੍ਹਾਂ ਨੂੰ ਹਿਟਲਰ ਪ੍ਰੀਜ਼ਾਈਡ ਕਰਦਾ ਹੈ। ਹਾਲਾਂ ਉਹ ਜਿਹੜੇ ਅਫਰੀਕਨ ਅਮਰੀਕਨ ਮੂਲ ਦੇ ਨੇ ਉਹਨਾਂ ਨਾਲ ਹੱਥ ਨਹੀਂ ਮਿਲਾਉਂਦਾ, ਔਰ ਇਹ ਉਹੀ ਪੀਰੀਅਡ ਹੈ ਜਦੋਂ ਕਿ ਧਿਆਨ ਚੰਦ ਦੀ ਅਗਵਾਈ 'ਚ ਹਾਕੀ ਟੀਮ ਸਾਡੀ ਔਰ ਉਹਦੀ ਹਿਸਟਰੀ, ਹਾਕੀ ਦਾ ਜਾਦੂਗਰ, ਇਹ ਅਸੀਂ ਦੇਖਦੇ ਹਾਂ। ਹੁਣ ਇੱਕ ਪਾਸੇ ਦੁਨੀਆ ਦੇ ਸਾਹਮਣੇ ਸੋਸ਼ਲਿਸਟ ਰਿਪਬਲਿਕ ਆਫ ਜਰਮਨੀ ਦਾ ਇੱਕ ਇਮੇਜ ਸੀ, ਪ੍ਰੋਗਰੈਸਿੰਗ, ਚੀਜ਼ਾਂ ਬੜੇ ਟਾਈਮ ਸਿਰ ਹੋ ਰਹੀਆਂ ਸੀ, ਟ੍ਰੇਨਸ ਟਾਈਮ ਸਿਰ ਚੱਲ ਰਹੀਆਂ ਸੀ ਔਰ ਬੜੇ ਚੁਸਤ ਔਰ ਉਸ ਅੰਦਾਜ਼ ਦੇ ਵਿੱਚ ਉਹਨਾਂ ਦੀ ਸਿਕਿਉਰਿਟੀ ਦੱਸਦੇ। ਔਰ ਪਰ ਜੋ ਕੰਮ ਉਹਨਾਂ ਦੀ ਇਨਰ ਨਾਜ਼ੀ ਪਾਰਟੀ ਦਾ ਇੱਕ ਕੋਰ ਗਰੁੱਪ ਕਰ ਰਿਹਾ ਸੀ, ਫਿਰ ਉਹਨਾਂ ਦੇ ਸਿਕਿਉਰਿਟੀ ਦਸਤੇ ਕਰ ਰਹੇ ਸੀ ਜੀ, ਔਰ ਇੱਕ ਪਾਸੇ ਉਹਨਾਂ ਦੇ ਡਾਕਟਰਸ ਔਰ ਰਿਸਰਚਰ ਜਿਹੜੇ ਕਿ ਫੋਰਸੈਪ ਲੈ ਕੇ ਸਿਰ ਮਿਣਦੇ ਸੀ, ਇਹ ਸਾਬਤ ਕਰਨ ਤੇ ਲੱਗੇ ਹੋਏ ਸੀ ਕਿ ਕਿਵੇਂ ਇਹ ਜਿਹੜੀਆਂ ਦੂਸਰੀਆਂ ਰੇਸਿਸ ਨੇ, ਉਹ ਯਹੂਦੀ ਹੋਣ, ਜਿਪਸੀ ਹੋਣ, ਇਹ ਘਟੀਆ ਨੇ ਵਾਈਟ ਰੇਸ ਨਾਲੋਂ। ਉਹ ਸਾਇੰਟੀਫਿਕ ਜਿਹੜੀ ਹੈ ਥਿਊਰੀ ਪ੍ਰੂਵ ਕਰਨ ਤੇ ਲੱਗੇ ਹੋਏ ਸੀ। ਦੂਸਰੇ ਪਾਸੇ ਉਹਨਾਂ ਨੇ ਗਰਾਊਂਡ ਲੈਵਲ ਤੋਂ ਨਾਜ਼ੀ ਪਾਰਟੀ ਨਾਲ ਸੰਬੰਧਿਤ ਲੋਕ ਜਿਹੜੇ ਨੇ ਉਹ ਨਿਸ਼ਾਨਦੇਹੀ ਵੀ ਕਰ ਰਹੇ ਸੀ ਕਿ ਯਹੂਦੀਆਂ ਦਾ ਬਿਜ਼ਨੈਸਿਸ ਕਿੱਥੇ ਨੇ, ਕੀ ਨੇ, ਔਰ ਉਸ ਦੇ ਲਈ ਉਹਨਾਂ ਨੇ ਸਟੈਪ ਵਾਈਜ਼ ਇੱਕ ਟੈਰਰ ਪੈਦਾ ਕਰਨ ਦੇ ਲਈ ਮਾਹੌਲ, ਜਿਵੇਂ ਜਿਹਨੂੰ ਕ੍ਰਿਸਟਲ ਨੋਟ ਕਿਹਾ ਜਾਂਦਾ ਇੱਕ ਉਹਨਾਂ ਦੀ ਜ਼ਬਾਨ, ਉਹ ਉਹਨਾਂ ਨੇ ਇੱਕ ਸ਼ਾਮ ਨੂੰ ਚੁਣਿਆ ਜਦੋਂ ਕਿ ਉਹਨਾਂ ਨੇ ਯਹੂਦੀਆਂ ਦੇ ਜਿਹੜੀਆਂ ਬਿਜ਼ਨੈਸਿਸ ਸੀ ਉਹਦੇ ਸ਼ੀਸ਼ੇ ਤੋੜੇ, ਵੱਡੀਆਂ ਵੱਡੀਆਂ ਜਿਹੜੀਆਂ ਉਹਨਾਂ ਦੇ ਪੁਸਤਕ ਭੰਡਾਰ ਸੀ, ਜਿੱਥੇ ਬੁੱਕ ਸੀ, ਉਹਨਾਂ ਦੀ ਬੌਨਫਾਇਰ ਬਣਾਈ, ਬਾਹਰ ਲਿਆ ਕੇ ਉਹਨਾਂ ਨੇ ਅੱਗਾਂ ਲਾਈਆਂ ਜਾਂ ਦੂਜਾ, ਸਿਰਫ ਇੰਨਾ ਹੀ ਐਕਸ਼ਨ ਸੀ, ਹੋਰ ਕੁਛ ਨਹੀਂ ਸੀ। ਕ੍ਰਿਸਟਲ ਨੋਟ ਕਰਕੇ ਉਹਨੂੰ ਜਾਣਿਆ ਜਾਂਦਾ ਹੈ। ਔਰ ਜਦੋਂ ਇਹ ਪੋਗਰਾਮ ਦਾ ਜ਼ਿਕਰ ਹੁੰਦਾ ਹੈ ਤਾਂ ਫਿਰ ਇਹ ਹੁੰਦਾ ਹੈ ਵੀ ਕਿਵੇਂ ਸਿਸਟੇਮੈਟਿਕਲੀ ਉਹਨਾਂ ਨੇ 60 ਮਿਲੀਅਨ ਯਹੂਦੀ ਜਿਹੜੇ ਜਰਮਨ ਦੀ ਉਸ ਵੇਲੇ ਦੀ ਪਾਪੂਲੇਸ਼ਨ, ਉਹਨੂੰ ਤਿਆਰ ਕੀਤਾ। ਉਹਨਾਂ ਦੇ ਲਗਭਗ 6 ਮਿਲੀਅਨ ਦੇ ਕਰੀਬ ਹੀ ਨਾਜ਼ੀਆਂ ਦੇ ਐਕਟਿਵ ਮੈਂਬਰ ਅਪਰ ਤੋਂ ਲੋਅਰ ਲੈਵਲ ਤੱਕ ਸੀ। ਔਰ ਜਦੋਂ ਅਸੀਂ ਯੂਰਪ 'ਚ ਦੇਖਦੇ ਹਾਂ ਕਿ 6 ਮਿਲੀਅਨ ਯਹੂਦੀਆਂ ਦੀ ਜਿਹੜੀ ਹੈ ਉਹ ਨਸਲਕੁਸ਼ੀ, ਹੁਣ ਇਹੀ, ਔਰ ਇਹ ਇਸ ਗੱਲ ਦੇ ਉੱਤੇ ਮੈਂ ਬਾਰ-ਬਾਰ ਐਮਫੈਸਿਸ ਕਰਦਾ ਹਾਂ ਕਿ ਜੇ ਤੁਸੀਂ ਸਾਵਰਕਰ ਦੀਆਂ ਰਾਈਟਿੰਗਸ ਦੇਖੋ, ਜਿਹਨੇ ਹਿੰਦੂਤਵਾ ਲਫ਼ਜ਼ ਦਿੱਤਾ ਹੈ, ਕਿਉਂਕਿ ਹਿੰਦੂਤਵਾ ਆਈਡੀਓਲੋਜੀ ਕਦੇ ਵੀ ਧਾਰਮਿਕ ਆਈਡੀਓਲੋਜੀ ਨਹੀਂ ਸੀ। RSS ਨੇ ਰਾਮ ਮੰਦਰ ਜਾਂ ਅੱਜ ਹੁਣ ਉਹ ਗਿਆਨ ਵਿਆਪੀ ਮਸੀਤ ਜਾਂ ਬਾਕੀ ਨੂੰ ਨਾਲ ਜੋੜਿਆ, ਕਿਉਂਕਿ ਸਾਵਰਕਰ ਤਾਂ ਨਾਸਤਕ ਸੀ, ਹੋਮੋਸੈਕਸ਼ੂਅਲ ਵੀ ਸੀ, ਉਹ ਕੋਈ ਦੇਵੀ ਦੇਵਤਿਆਂ ਦਾ ਯਕੀਨ ਨਹੀਂ ਸੀ ਰੱਖਦਾ, ਗਾਂ ਖਾਣ 'ਚ ਯਕੀਨ ਰੱਖਦਾ ਸੀ। ਔਰ ਉਹਦਾ ਤੁਸੀਂ ਮੈਮੋਇਰ ਪੜ੍ਹੋ ਕਿ ਉਹ ਜਦੋਂ ਪੜ੍ਹਦਾ ਸੀ ਲੰਡਨ ਦੇ ਵਿੱਚ, ਆਕਸਫੋਰਡ 'ਚ,
ਤੇ ਗਾਂਧੀ ਅਫਰੀਕਾ ਤੋਂ ਮਿਲਣ ਆਇਆ, ਉਹਨੇ ਉਹਨੂੰ ਡਿਨਰ ਤੇ ਸੱਦਿਆ, ਉਹਨੇ ਜਿਹੜਾ ਉਹ ਗਾਂ ਮਾਸ ਬਣਾਇਆ ਹੋਇਆ ਸੀ ਤੇ ਗਾਂਧੀ ਨੂੰ ਉਹਨੇ ਕਿਹਾ ਵੀ ਪ੍ਰੋਟੀਨ ਵੀ ਖਾਇਆ ਕਰੋ ਜਾਂ ਦੂਜੇ। ਸੋ ਮਤਲਬ ਇਹ ਹੈ ਕਿ ਸਾਵਰਕਰ ਜਿਹੜਾ ਹੈ ਉਹਨੇ ਜਦੋਂ ਹਿੰਦੂਤਵ ਆਈਡੀਓਲੋਜੀ ਦਿੱਤੀ, ਦੋ ਕੌਮੀ ਨਜ਼ਰੀਆ ਜਿਹੜਾ ਉਸਨੇ ਦਿੱਤਾ, ਜਿਹੜਾ ਰੋਂਗਲੀ ਇਹ ਕਿਹਾ ਜਾਂਦਾ ਹੈ ਕਿ ਕਾਇਦੇ ਆਜ਼ਮ ਜਿਨ੍ਹਾਂ ਨੇ ਦਿੱਤਾ, ਤੇ ਉਹਨੂੰ ਇਹ ਬਿਲਕੁਲ ਕਲੀਅਰ ਸੀ ਕਿ ਉਹਨੇ ਤੌਰ ਤਰੀਕੇ ਕੀ ਅਪਣਾਉਣੇ ਨੇ। ਇਹ ਉਹੀ ਪੀਰੀਅਡ ਹੈ ਕਿ 1925 ਦੇ ਵਿੱਚ RSS ਹੋਂਦ ਚ ਆਉਂਦੀ ਹੈ, ਔਰ RSS ਦਾ ਜਿਹੜਾ ਹੈਡਗਵੇਅਰ ਹੈ ਉਹਦਾ ਸਾਵਰਕਰ ਨਾਲ ਕੋਈ ਸਿੱਧਾ ਤਾਲੁਕ ਨਹੀਂ ਸੀ, ਲੇਕਿਨ ਸਾਵਰਕਰ ਦੀ ਆਈਡੀਓਲੋਜੀ ਨੇ ਹਿੰਦੂਤਵਾ ਦੀਆਂ ਫਾਊਂਡੇਸ਼ਨ ਜਿਹੜੀਆਂ ਨੇ ਉਹ ਲੇ ਕਰ ਦਿੱਤੀਆਂ ਸੀ। ਹੁਣ ਉਸ ਮਾਹੌਲ ਨੂੰ ਦੇਖਦੇ ਹਾਂ ਅਸੀਂ, ਜਦੋਂ ਦੇਖਦੇ ਹਾਂ ਕਿ ਜਦੋਂ ਫਿਰ ਨਾਜ਼ੀ ਪਾਰਟੀ ਆਪਣੇ ਇਸ ਏਜੰਡੇ ਨੂੰ ਲਾਗੂ ਕਰਨਾ ਸ਼ੁਰੂ ਕਰਦੀ ਹੈ, ਸਭ ਤੋਂ ਵੱਡੇ ਉਹਦਾ ਐਡਮਾਇਰਰ ਹੈਡਗਵੇਅਰ ਹੈ, ਸਭ ਤੋਂ ਵੱਡਾ ਐਡਮਾਇਰਰ ਗੋਲਵਲਕਰ ਹੈ ਨਾਜ਼ੀਆਂ ਦਾ, ਹਿਟਲਰ ਦਾ, ਸਭ ਤੋਂ ਵੱਡਾ ਐਡਮਾਇਰਰ ਜਿਹੜਾ ਉਹ ਸਾਵਰਕਰ ਹੈ। ਔਰ ਉਹ ਇਹ ਕਹਿੰਦੇ ਨੇ ਕਿ ਵੀ ਜੋ ਹੱਲ ਘੱਟ ਗਿਣਤੀਆਂ ਦਾ ਅਕਲੀਅਤਾਂ ਨਾਲ ਡੀਲ ਕਰਨ ਦਾ ਹਿਟਲਰ ਨੇ ਲੱਭਿਆ ਹੈ, ਇਹੀ ਹੱਲ ਸਾਡੇ ਖਿੱਤੇ 'ਚ ਮੁਸਲਮਾਨਾਂ ਔਰ ਈਸਾਈਆਂ ਔਰ ਸਿੱਖਾਂ ਨੂੰ ਤਾਂ ਉਹਨਾਂ ਨੇ ਪਹਿਲੇ ਦਿਨ ਤੋਂ ਹੀ ਡੈਥ ਕਿਸ ਨਾਲ ਮਾਰਿਆ, ਕਿਉਂਕਿ ਉਹ ਸਾਨੂੰ ਜਿਹੜਾ ਉਹ ਆਪਣਾ ਹਿੰਦੂ ਪਰਿਵਾਰ ਦਾ ਹੀ ਜਿਹੜਾ ਉਹ ਅੰਗ ਮੰਨ ਕੇ ਉਹ ਸਿੱਖ ਹੋਣ, ਬੋਧੀ ਹੋਣ, ਜੈਨੀ ਹੋਣ, ਉਹ ਸਾਰੇ ਜਿਹੜੇ ਨੇ ਉਹ ਆਰਟੀਕਲ 25(b) ਦੇ ਥੱਲੇ ਬਾਅਦ 'ਚ ਹਿੰਦੂਤਵਾ ਦੇ ਉਸ ਖਾਨੇ ਦੇ ਵਿੱਚ ਲਿਆ ਦਿੱਤੇ ਜਾਂਦੇ ਨੇ। ਹੁਣ ਇਸ ਪਾਰਟ ਨੂੰ ਜਦੋਂ ਤੁਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹੋ ਤੇ ਤੁਹਾਨੂੰ ਅੱਜ 2014 ਤੋਂ ਲੈ ਕੇ ਜਦੋਂ ਤੋਂ ਪਹਿਲੀ ਹਕੂਮਤ ਮੋਦੀ ਦੀ ਬਣਦੀ ਹੈ, ਫਿਰ 2019 ਦੇ ਵਿੱਚ ਦੁਬਾਰਾ ਪਾਵਰ ਚ ਆਉਂਦਾ ਹੈ, ਤੇ ਅਸੀਂ ਦੇਖ ਰਹੇ ਹਾਂ ਕਿ ਬਿਲਕੁਲ ਉਹੀ ਪੈਟਰਨ, ਕਿਉਂਕਿ ਉਸੇ ਤਰਜ਼ ਦੇ ਉੱਤੇ RSS ਹੋਂਦ ਚ ਆਈ ਸੀ, ਉਸੇ ਤਰਜ਼ ਦੇ ਉੱਤੇ ਉਹਨਾਂ ਨੇ ਗਰਾਊਂਡ ਲੈਵਲ ਤੇ ਜਿਵੇਂ ਸੰਘ ਸ਼ਾਖਾਵਾਂ, ਫਿਰ ਅੱਡ-ਅੱਡ ਸ਼ੋਬਿਆਂ 'ਚ ਕਿਵੇਂ ਬ੍ਰੇਨ ਵਾਸ਼ ਕਰਨਾ, ਕੰਟਰੋਲ ਕਰਨਾ। ਅੱਜ ਵੀ ਜਿਹਨੂੰ ਸੰਘ ਪਰਿਵਾਰ ਕਿਹਾ ਜਾਂਦਾ ਹੈ, 72 ਦੇ ਕਰੀਬ ਉਹਨਾਂ ਦੀਆਂ ਅੱਡ-ਅੱਡ ਸੰਸਥਾਵਾਂ ਨੇ, ਜਿਨ੍ਹਾਂ 'ਚ ਤੁਸੀਂ ਦੇਖੋਗੇ ਕਿ ਉਹ ਟਰਾਈਬਲਸ ਦੇ ਵਿੱਚ ਵੜੇ ਹੋਏ ਨੇ। ਸ਼ਿਸ਼ੂ ਭਾਰਤੀ ਦੇ ਨਾਂ ਥੱਲੇ ਕਿਵੇਂ ਆਦੀਵਾਸੀਆਂ ਦੇ ਬੱਚਿਆਂ ਨੂੰ ਘਰਾਂ 'ਚੋਂ ਚੁੱਕ ਕੇ ਉਹਨਾਂ ਨੂੰ ਉਹਨਾਂ ਕੈਂਪਾਂ 'ਚ ਰੱਖ ਕੇ ਉਹਨਾਂ ਨੂੰ ਬ੍ਰੇਨ ਵਾਸ਼ ਕਰਕੇ ਹਿੰਦੂਤਵਾ ਦੇ ਫੁੱਟ ਸੋਲਜਰ ਬਣਾਇਆ ਜਾ ਰਿਹਾ ਹੈ। ਉਹ ਕਿਸਾਨਾਂ ਦੇ ਨਾਂ ਥੱਲੇ ਕਿਸਾਨ ਭਾਰਤੀ ਮਜ਼ਦੂਰ ਸੰਘ, ਸਟੂਡੈਂਟਸ ਦੇ ਵਿੱਚ ਉਹਨਾਂ ਨੇ ਪੈਠ ਬਣਾਉਣ ਦੇ ਲਈ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ, ਔਰ ਜਿੱਥੇ ਦੂਸਰੀਆਂ JNU ਜਾਂ ਜਾਮੀਆ ਮਿਲੀਆ 'ਚ ਕੋਈ ਦੂਸਰੀਆਂ ਸਟੂਡੈਂਟ ਆਰਗੇਨਾਈਜੇਸ਼ਨ ਸੀ, ਉਹਨਾਂ 'ਚ ਉਹਨਾਂ ਨੇ ਕਿਵੇਂ ਜਿਹੜਾ ਉਹਨਾਂ ਨੂੰ ਹਰਾਸ ਕੀਤਾ, ਕਿਵੇਂ ਉਹਨਾਂ ਨੇ ਅੱਡ-ਅੱਡ ਲਾਜ਼ ਦੇ ਥੱਲੇ ਚੁੱਕ ਕੇ ਜੇਲ੍ਹਾਂ ਦੇ ਵਿੱਚ ਦਿੱਤਾ ਹੋਇਆ। ਹੁਣ ਇਹਨਾਂ ਹਾਲਾਤਾਂ ਦੇ ਚੱਲਦੇ ਆ ਜਦੋਂ ਅਸੀਂ ਅੱਜ ਦੇਖ ਰਹੇ ਹਾਂ ਤੇ ਪੰਜਾਬ ਦੇ ਵਿੱਚ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਉਦੋਂ ਵੀ ਨਾਜ਼ੀਆਂ ਨੇ ਉਹਨਾਂ ਨੂੰ ਖਾਸ ਫਿਰ ਨਿਸ਼ਾਨਾ ਬਣਾਇਆ। ਪਹਿਲੀ ਸਟੇਜ ਤੇ ਉਹਨਾਂ ਨੇ ਸੌਫਟ ਟਾਰਗੇਟ ਲੱਭੇ ਜੀ, ਫਿਰ ਉਸ ਤੋਂ ਹਾਰਡ ਵੱਲ ਗਏ, ਫਿਰ ਉਸ ਤੋਂ ਹਾਰਡ ਵੱਲ, ਤੇ ਫਾਈਨਲ ਸਟੇਜ ਜਿਹੜੀ ਹੈ ਉਹ ਕੰਸਨਟ੍ਰੇਸ਼ਨ ਕੈਂਪ ਔਰ ਗੈਸ ਚੈਂਬਰਸ ਔਰ ਉਹ ਸਾਰਿਆਂ ਦੀ ਆਈ। ਇਸੇ ਉੱਤੇ ਹੀ ਜਿਹੜਾ ਇੱਕ ਰਬਾਈ ਦਾ ਕੋਟ ਮੈਂ ਅਕਸਰ ਕੋਟ ਕਰਦਾ ਹਾਂ ਕਿ ਦੇ ਕੇਮ ਆਫਟਰ ਏ ਕੈਥੋਲਿਕ, ਆਈ ਵਾਜ਼ ਸਾਇਲੈਂਟ ਐਜ਼ ਆਈ ਵਾਜ਼ ਨਾਟ ਏ ਕੈਥੋਲਿਕ, they came after a physically disabled, I was silent, I was not the one, they came after a socialist, I was not the one, I kept silent, they came after a Jew, I was silent as I was not a Jew, then they came after me and nobody was left to speak for me। So ਅਸੀਂ ਦੇਖਦੇ ਹਾਂ ਕਿ ਵੀ ਭਾਰਤ ਦੇ ਵਿੱਚ ਜਿਹੜੇ ਮੁਸਲਮਾਨ ਰਹਿ ਗਏ ਉਹ ਤਾਂ ਇਹਨਾਂ ਦੇ ਲਈ ਸੌਫਟ ਟਾਰਗੇਟ ਹੀ ਸੀ, ਕਿਉਂਕਿ ਉਹਨਾਂ ਨੂੰ ਇੱਕ ਗਿਲਟ ਪਹਿਲੇ ਦਿਨ ਤੋਂ ਮਹਿਸੂਸ ਕਰਵਾਇਆ ਗਿਆ ਕਿ ਜੀ ਤੁਸੀਂ ਤਾਂ ਪਾਕਿਸਤਾਨ ਦੇ ਹੱਕ 'ਚ ਵੋਟ ਪਾਈ ਸੀ ਜੀ, ਜਾਓ ਪਾਕਿਸਤਾਨ, ਤੁਹਾਡਾ ਮੁਲਕ ਬਣ ਗਿਆ ਤੁਹਾਨੂੰ। ਸੋ ਉਹਨਾਂ ਨੇ ਤਾਂ 47 ਤੋਂ ਇੱਕਦਮ ਬਾਅਦ ਜਦੋਂ ਈਵਨ ਸੈਕੂਲਰ ਕਾਂਗਰਸ ਵੀ ਡੋਮੀਨੇਟ ਕਰ ਰਹੇ ਸੀ, ਤੁਸੀਂ 50ਵਿਆਂ ਦੀ ਹਿਸਟਰੀ ਦੇਖੋ, ਮੁਰਾਦਾਬਾਦ, ਮੇਰਠ, ਅਹਿਮਦਾਬਾਦ, ਫਲਾਣੇ ਟਿਮਕੇ ਜਿੱਥੇ ਦੰਗੇ ਹੁੰਦੇ ਸੀ, ਜਿਹਨੂੰ ਦੰਗੇ ਕਿਹਾ ਜਾਂਦਾ ਸੀ, ਅਸੀਂ ਤਾਂ ਨਵੰਬਰ 84 ਜਦੋਂ ਦੇਖਿਆ ਫਿਰ ਸਾਨੂੰ ਸਮਝ ਆਇਆ ਵੀ ਐਕਚੁਅਲੀ ਉਹ ਦੰਗੇ ਨਹੀਂ ਸੀ, ਉਹ ਵੀ ਵਨ ਸਾਈਡਡ ਸਟੇਟ ਜਿਹੜੀ ਹੈ ਉਹ ਰਲੀ ਹੁੰਦੀ ਸੀ ਉਹਨਾਂ ਦੇ ਨਾਲ, ਔਰ ਮੁਸਲਮਾਨਾਂ ਦੀ ਜਿਹੜੀ ਹੈ ਉਹ ਸਫਾਇਆ ਕੀਤਾ ਜਾਂਦਾ ਸੀ, ਉਹਨਾਂ ਦੇ ਬਿਜ਼ਨਸ ਅਦਾਰਿਆਂ ਤੇ ਅਟੈਕ ਕੀਤੇ ਜਾਂਦੇ ਸੀ, ਉਹਨਾਂ ਨੂੰ ਜਿਹੜਾ ਉਹ ਬਿਲਕੁਲ ਨਿਮਾਣਾ ਬਣਾ ਕੇ ਰੱਖ ਦਿੱਤਾ ਗਿਆ। ਔਰ ਹੌਲੀ ਹੌਲੀ ਉਹਨਾਂ ਨੇ ਅੱਜ ਤੁਸੀਂ ਦੇਖੋ
ਕਿ 20 ਕਰੋੜ ਤੋਂ ਜ਼ਿਆਦਾ ਪਾਪੂਲੇਸ਼ਨ ਹੋਣ ਦੇ ਬਾਵਜੂਦ ਉਹਨਾਂ ਦੀ ਆਪਣੀ ਆਬਾਦੀ ਦੇ ਲਿਹਾਜ਼ ਨਾਲ 20-25% ਰਿਪਰੈਜ਼ੈਂਟੇਸ਼ਨ ਵੀ ਨਹੀਂ ਹੈ ਪਾਰਲੀਮੈਂਟ ਜਾਂ ਸਟੇਟ ਅਸੈਂਬਲੀ। ਔਰ ਹੌਲੀ ਹੁਣ ਤਾਂ ਡੀ-ਫਰੈਂਚਾਈਜ਼ ਕਰਨ ਵੱਲ ਉਹਨਾਂ ਨੂੰ ਜਾ ਰਹੇ ਨੇ। ਇੰਨਾ ਕੁ ਡਰ ਪੈਦਾ ਕੀਤਾ ਹੋਇਆ, ਇੱਕ ਪਾਸੇ ਉਹਨਾਂ ਨੂੰ ਉਹ ਡਰਾਉਂਦੇ ਨੇ, ਦੂਜੇ ਪਾਸੇ ਉਹਨਾਂ ਦੇ ਵਿੱਚ ਉਹਨਾਂ ਨੇ ਜਿਵੇਂ ਸਿੱਖਾਂ 'ਚ ਰਾਸ਼ਟਰੀ ਸਿੱਖ ਸੰਗਤ ਬਣਾਈ ਹੋਈ ਹੈ, ਇਵੇਂ ਮੁਸਲਮਾਨਾਂ ਦੇ ਵਿੱਚ ਵੀ ਆਰਗੇਨਾਈਜੇਸ਼ਨ ਬਣਾਈ ਹੋਈ ਹੈ। ਸੋ ਈਸਾਈ, ਕਿਉਂਕਿ ਬਹੁਤ ਸਾਰੇ ਜਿਹੜੇ ਈਸਾਈ ਕਨਵਰਟ ਸੀ ਬ੍ਰਿਟਿਸ਼ 200 ਸਾਲ ਦੇ ਰਾਜ ਦੇ ਦੌਰਾਨ ਆਏ, ਉਹ ਸ਼ਡਿਊਲ ਕਾਸਟ 'ਚੋਂ ਆਏ, ਦਲਿਤ ਭਾਈਚਾਰੇ 'ਚੋਂ ਪਹਿਲਾਂ ਹੀ ਸਦੀਆਂ ਤੋਂ ਡਰ ਦੇ ਵਿੱਚ ਰਹਿ ਰਹੇ ਸੀ। ਉਹ ਇੱਧਰ ਵੀ ਡਰ ਦੇ ਵਿੱਚ ਰਹਿੰਦੇ ਆ। ਉਹਨਾਂ ਦੇ ਕੋਲ ਜੇ ਕੋਈ ਉਹਨਾਂ ਦੀ ਪ੍ਰੈਸਟੀਜੀਅਸ ਅਦਾਰੇ ਉਹਨਾਂ ਕੋਲ ਸੀ ਤੇ ਉਹ ਵੈਸਟਰਨ ਚੈਰਿਟੀਜ਼ ਵੱਲੋਂ ਜਾਂ ਚਰਚਿਜ਼ ਵੱਲੋਂ ਬਣਾਏ ਗਏ ਉਹਨਾਂ ਦੇ ਸੈਕਰਡ ਹਾਰਟ ਸਕੂਲ ਜਾਂ ਦੂਜੇ ਐਜੂਕੇਸ਼ਨ ਇੰਸਟੀਟਿਊਸ਼ਨਸ, ਉਹਨੂੰ ਉਹਨਾਂ ਨੇ ਕਿਵੇਂ ਸਬਡਿਊ ਕੀਤਾ, ਨੈਸ਼ਨਲ ਸਿਲੇਬਸ ਦਾ ਲਾਗੂ ਕੀਤਾ ਹੀ ਕੀਤਾ, ਪਰ ਕਿਵੇਂ ਓਪਨਲੀ ਜਿਹੜੀਆਂ ਨਨਸ ਦੇ ਨਾਲ ਮਾਸ ਰੇਪ ਔਰ ਉਹਨਾਂ ਦੀ ਹਰਾਸਮੈਂਟ ਔਰ ਲਗਾਤਾਰਤਾ ਨਾਲ। ਇੱਥੇ ਅਸੀਂ ਵੈਟੀਕਨ ਇੱਕ ਵਾਰ ਮਿਲਣ ਗਏ ਇੱਕ ਡੈਲੀਗੇਸ਼ਨ ਲੈ ਕੇ, ਤੇ ਉਹਨਾਂ ਦਾ ਜਿਹੜਾ ਸੀ ਇੱਕ ਇੰਡੀਆ ਤੋਂ ਕੇਰਲਾ ਤੋਂ ਸੀ, ਉਹਨੇ ਕਿਹਾ ਜੀ ਮੈਂ ਆਪਣਾ ਚੋਗਾ ਪਾ ਕੇ ਜਿਹੜਾ ਟ੍ਰੈਡੀਸ਼ਨਲ ਉਹਨਾਂ ਦਾ ਪਹਿਰਾਵਾ, ਮੈਂ ਡੇਅਰ ਨਹੀਂ ਕਰ ਸਕਦਾ ਕਿ ਮੈਂ ਭਾਰਤ ਦੇ ਬਾਜ਼ਾਰਾਂ 'ਚ ਘੁੰਮ ਸਕਾਂ। ਇਹ ਇੰਨਾ ਡਰ, ਇਹ ਅੱਜ ਤੋਂ 10 ਸਾਲ ਪੁਰਾਣੀ ਗੱਲ ਹੈ ਆਲਮੋਸਟ, ਜਦੋਂ ਅਜੇ ਮੋਦੀ ਦੇ ਬਣਨ ਤੋਂ ਬਾਅਦ ਇੱਕਦਮ 2014-15 ਦੀ ਗੱਲ ਹੋਏਗੀ। ਫਿਰ ਅਸੀਂ ਦੇਖਦੇ ਹਾਂ ਵੀ ਹੌਲੀ ਉਹਨਾਂ ਨੇ ਦਲਿਤ ਵਰਗ ਨੂੰ ਵੀ ਕਿਵੇਂ ਟਿਕਾਣੇ ਲਾਇਆ, ਉਹ ਕਾਨੂੰਨੀ ਤੌਰ ਤਰੀਕਾ ਮਾਇਆਵਤੀ ਦਾ ਕਿਵੇਂ ਮੂੰਹ ਬੰਦ ਕੀਤਾ ਹੈ, ਬਾਕੀ ਥਾਵਾਂ ਤੇ ਕੀ ਕੀਤਾ ਹੈ। OBC ਦੇ ਹਵਾਲੇ ਨਾਲ ਹੁਣ ਅਸੀਂ ਦੇਖਦੇ ਹਾਂ ਕਿ ਜੇ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਖਾਰਜ ਕੀਤੀ ਜਾਂਦੀ ਹੈ ਤੇ ਅਦਾਲਤ ਦਾ ਸਹਾਰਾ ਲਿਆ ਜਾਂਦਾ ਹੈ ਕਿ ਭਾਈ ਉਹਨੇ ਜਿਹੜਾ ਉਹ ਕਿਹਾ ਵੀ ਐਸਾ ਕਿਆ ਕਾਰਨ ਹੈ ਕਿ ਜਿਸਕੇ ਨਾਮ ਕੇ ਸਾਥ ਮੋਦੀ ਲਗਾ ਹੈ ਉਹ ਚੋਰ ਹੈ ਜੀ। ਉਸ ਨੂੰ ਹੁਣ ਸਿੱਖ ਪਾਵਰ ਉਹਨਾਂ ਨੇ, ਕਿਉਂਕਿ ਇੱਕ ਸਟੇਜ ਤੇ RSS ਨੇ ਕਾਂਗਰਸ ਨੂੰ ਅੱਗੇ ਕਰਕੇ ਇੰਦਰਾ ਗਾਂਧੀ ਨੂੰ ਦੁਰਗਾ ਬਣਾ ਕੇ ਸਿੱਖਾਂ ਨੂੰ ਸਬਕ ਸਿਖਾਉਣ ਦੀ ਕੋਸ਼ਿਸ਼ ਕੀਤੀ। ਉਹਦੇ ਤਾਂ ਤੁਹਾਡੇ ਕੋਲ ਡਾਕੂਮੈਂਟਰੀ ਸਬੂਤ ਨੇ, ਅਡਵਾਨੀ ਦੀ ਤੁਸੀਂ ਆਟੋਬਾਇਓਗ੍ਰਾਫੀ ਦੇਖ ਲਓ, ਜਾਂ ਨਾਨਾ ਜੀ ਦੇਸ਼ਮੁਖ ਜਿਹਨੇ 9 ਨਵੰਬਰ 1984 ਨੂੰ ਮੈਂਬਰਸ ਆਫ ਪਾਰਲੀਮੈਂਟ ਨੂੰ ਜਿਹੜਾ ਇੱਕ ਸਰਕੂਲਰ ਜਿਹੜਾ ਬਾਅਦ ਦੇ ਵਿੱਚ ਡਾਕੂਮੈਂਟ ਜਿਹੜਾ ਪਬਲਿਸ਼ ਵੀ ਹੋਇਆ ਉਹਨਾਂ ਦੇ ਮੇਨ ਪਬਲਿਕੇਸ਼ਨ ਪੰਚ ਜਨੇ 'ਚ, ਉਹ ਜੋ ਉਹਨਾਂ ਨੇ ਕਿਹਾ ਕਿ ਵੀ ਇਹ ਜੋ ਸਿੱਖਾਂ ਦੇ ਨਾਲ ਹੋਇਆ, ਸਿੱਖਸ ਆਸਕਡ ਫॉर ਇਟ, ਕਿਉਂਕਿ ਆਪਣੇ ਆਪ ਨੂੰ ਅੱਡ ਮੰਨਦੇ ਸੀ। ਫਿਰ ਇਹਨਾਂ ਨੇ ਜਿਹੜਾ ਉਹ ਮੈਜੋਰਿਟੀ ਹਿੰਦੂਆਂ ਨੂੰ ਜਿਹੜਾ ਉਹ ਭੜਕਾਇਆ, ਔਰ ਫਿਰ ਉਸ ਦਾ ਕਹਿਣਾ ਸੀ ਕਿ ਹੁਣ ਜੋ ਹੋਇਆ ਸਿੱਖ ਨੂੰ ਰੱਬ ਦਾ ਭਾਣਾ ਮੰਨ ਕੇ ਬਹਿ ਜਾਣ ਚੁੱਪ ਕਰਕੇ, ਬਿਲਕੁਲ ਇਸ ਦੇ ਉੱਤੇ ਨਾ ਕਰਨ ਔਰ ਐਕਸੈਪਟ ਕਰਨ ਕਿ ਵੀ ਉਹ ਹਿੰਦੂ ਪਰਿਵਾਰ ਦਾ ਹਿੱਸਾ ਹੈ। ਇਹ 9 ਨਵੰਬਰ 1984 ਨੂੰ ਨਾਨਾ ਜੀ ਦੇਸ਼ਮੁਖ, ਜਿਸ ਨੂੰ ਮੋਦੀ ਨੇ ਜਿਹੜਾ ਭਾਰਤ ਰਤਨ ਦਾ ਅਵਾਰਡ ਦਿੱਤਾ ਹੈ, ਉਹਨਾਂ ਨੇ, ਕਿਉਂਕਿ ਜਦੋਂ ਤੱਕ ਤੁਸੀਂ ਪਿਛੋਕੜ 'ਚ ਇਸ ਜਥੇਬੰਦੀ ਦੀ ਬਣਤਰ, ਇਹਨਾਂ ਦਾ ਮਾਈਂਡਸੈਟ ਨਹੀਂ ਸਮਝੋਗੇ, ਔਰ ਫਿਰ ਕਿਵੇਂ ਕਿਸ ਵੱਡੇ ਪੈਮਾਨੇ ਤੇ ਇਹਨਾਂ ਨੇ ਘੁਸਪੈਠ ਕੀਤੀ ਸਿੱਖਾਂ ਦੇ ਵਿੱਚ। ਅਸੀਂ ਦੇਖਦੇ ਹਾਂ ਵੀ ਰਾਸ਼ਟਰੀ ਸਿੱਖ ਸੰਗਤ 1985 'ਚ ਬਣਾਈ ਜਾਂਦੀ ਹੈ ਪਟਨਾ ਸਾਹਿਬ ਦੀ ਧਰਤੀ ਤੇ, ਐਨ ਉਦੋਂ ਜਦੋਂ ਸਿੱਖਾਂ ਦੀ ਨਸਲਕੁਸ਼ੀ ਹੋ ਚੁੱਕੀ ਔਰ ਪੰਜਾਬ 'ਚ ਜਿਹੜਾ ਸਿੱਖਾਂ ਨੂੰ ਮਾਰਨ ਦਾ ਦੌਰਾ ਸ਼ੁਰੂ ਹੈ, ਜਿਹੜਾ ਅਗਲਾ ਦਹਾਕਾ ਚੱਲਦਾ, ਔਰ ਚੁਣਿਆ ਕਿ ਉਹਨੂੰ ਗਿਆਨੀ ਇਕਬਾਲ ਸਿੰਘ ਪ੍ਰੀਜ਼ਾਈਡ ਕਰ ਰਿਹਾ ਰਾਸ਼ਟਰੀ ਸਿੱਖ ਸੰਗਤ ਦੇ ਪਟਨਾ ਸਾਹਿਬ ਦੇ। ਫਿਰ ਅਸੀਂ ਦੇਖਦੇ ਹਾਂ ਕਿਵੇਂ ਇੰਟਰਨੈਸ਼ਨਲੀ ਉਹਨਾਂ ਨੇ ਇੱਥੇ ਭੀਸ਼ਮ ਅਗਨੀਹੋਤਰੀ ਐਂਬੈਸਡਰ ਐਟ ਲਾਰਜ ਲਾਇਆ ਅਮਰੀਕਾ 'ਚ, ਕਿਵੇਂ UK ਕੈਨੇਡਾ 'ਚ ਉਹਨਾਂ ਨੇ ਇੱਕ ਤਬਕਾ ਜਿਨ੍ਹਾਂ ਨੂੰ ਜੀ ਤੁਹਾਡੀ ਬਲੈਕ ਲਿਸਟ ਖਤਮ, ਦੂਜੇ ਤੀਜੇ ਜਿਨ੍ਹਾਂ 'ਚ ਸਾਬਕਾ ਖਾਲਿਸਤਾਨੀ ਕਾਡਰ ਵੀ, ਉਹਨਾਂ ਨੂੰ ਉੱਥੇ ਲਿਜਾ ਕੇ ਕਿਵੇਂ ਇਸਤੇਮਾਲ ਕੀਤਾ, TV ਚੈਨਲਾਂ ਤੇ ਬਿਠਾ ਕੇ ਬੜੀਆਂ ਤਾਰੀਫਾਂ ਕਰਾਈਆਂ ਔਰ ਕਿਹਾ ਜੀ ਇਹ ਤਾਂ ਐਵੇਂ ਕੁਛ ਨਹੀਂ, ਖਾਲਿਸਤਾਨ ਦੀ ਮੰਗ ਕੋਈ ਇਹਦਾ ਫਲਾਣਾ ਨਹੀਂ ਹੈ, ਢਮਕਾ ਨਹੀਂ ਹੈ। ਹੁਣ ਇਸ ਸਾਰੇ ਫਿਰ ਉਹ ਕੋਈ ਵੀਰ ਬਾਲ ਦਿਵਸ ਹੋਏ, ਕੋਈ ਫਲਾਣਾ ਦੇ ਨਾਂ ਥੱਲੇ ਅਸੀਂ ਦੇਖਦੇ ਹਾਂ ਜੀ ਓਵਰਸੀਜ਼ ਸਿੱਖ ਆ ਗਏ, ਮੋਦੀ ਨੂੰ ਵਧਾਈਆਂ ਦੇ ਰਹੇ ਨੇ, ਦੂਸਰਾ ਉਹ ਸਾਰੀ ਨੌਟੰਕੀ ਕੀਤੀ। ਲੇਕਿਨ ਕਿਸਾਨ ਮੂਵਮੈਂਟ ਨੇ ਇਹਨਾਂ ਨੂੰ ਜਿਹੜੀ ਵਿਕਟਰੀ ਸੀ ਸਿੱਖੀ ਦੀ, ਪੰਥ ਦੀ, ਔਰ ਦੁਨੀਆ ਭਰ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਦੀ ਜਿਹੜੀ ਇੱਕ ਆਵਾਜ਼ ਉੱਠੀ, ਜਿਸ ਦੇ ਵਿੱਚ ਸਿੱਖਾਂ ਨੇ ਵੱਧ ਚੜ ਕੇ ਜਿਹੜੀ ਹੈ ਸ਼ਮੂਲੀਅਤ ਕੀਤੀ। ਲੰਡਨ, ਟੋਰਾਂਟੋ, ਮੈਲਬਰਨ ਔਰ ਬ੍ਰਿਸਬੇਨ, ਇਹ ਸਾਰੇ ਆਪਣੇ ਆਪ 'ਚੋਂ ਤਾਂ ਤੁਹਾਨੂੰ ਪਿਕਚਰਸ ਡੋਂਟ ਲਾਈ, ਤੁਹਾਡੇ ਸਾਹਮਣੇ ਹੈ ਵੀ ਕਿਵੇਂ ਲੋਕ ਨਿਕਲੇ। ਸੋ ਉਸ ਤੋਂ ਬਾਅਦ ਇਹ ਜਿਹੜੀ ਸਕ੍ਰਿਪਟ ਅੱਜ ਲਾਗੂ ਕੀਤੀ ਜਾਂਦੀ ਹੈ, ਇਹ ਇਸ ਸਾਰੇ ਦਾ ਜੁੜਿਆ ਹੋਇਆ ਪਿਛੋਕੜ ਇਹੀ ਹੈ। ਔਰ ਉਹਨਾਂ ਨੇ ਹੁਣ ਇਹ ਰੁਕਣ ਵਾਲਾ ਨਹੀਂ ਹੈ ਇਹਨਾਂ ਦੀ ਸਟੇਟ ਰਿਪਰੈਸ਼ਨ। ਕੱਲੀ
पंजाब लैवल ते नहीं है। ये जिहड़ी मैलाइन करण दी ये जिहड़ी मूवमेंट है ग्लोबल है। और तुसी देखोगे चारों ही मुल्कां दे आस्ट्रेलिया, यूके, कैनेडा और अमेरिका उन्हां दे चार्ज डी अफेयर जां उन्हां दे सफीरां नूं सद के दिल्ली 'च प्रोटेस्ट किया जाता है इंडियन एक्सटर्नल अफेयर्स मिनिस्ट्री वालों कि जी रोको, बंद करो। हुण प्रोटेस्ट करना किड्डी की गल है, हर मुल्क हक। और जिन्ने सिखां दे पीसफुल प्रोटेस्ट ने, झंडा लाउणा जां उसकी थां अपना लाउणा, ये तो नॉर्मल वांग है। इत्थे किहड़े प्रोटेस्ट हुंदे ने जिहड़े पीसफुल रहिंदे ने? तुसीं कदे एनवायरनमेंटल ग्रुप्स दी जां दूजा देखो, वक्त पाया हुंदा है शहरां दे विच, लेकिन इन्ना वड्डा उन्हां नूं इशू बना के सिर्फ डिफेंसिव करने दे लई सरकारां नूं। फिर असीं देखदे हां भी इन्हां ने बहु गिणती दे विच, मैं नहीं समझदा भी कोई भी सिख किसी मंदिर, मसीत, चर्च, सिनागॉग उसका अपमान करेगा। लेकिन तुसी देखोगे कि बड़े ऑर्गेनाइज्ड, और उन्होंने ना दिता गया वैंडलाइजेशन ऑफ टैंपल्स। हुण टैंपल भी किहड़े चुने गए ने? हुण इस हफ्ते भी घटना हुई, अज फिर इंडियन गवर्नमेंट ने प्रोटेस्ट किया कैनेडा नूं जी तुहाडे ओह फलाणे हैमिल्टन के कित्थे ओंटारियो च होया जां दूजा। हुण ये जिहड़े स्वामीनाथन टैंपल ने, अक्षधाम भी जिन्हां नूं कहंदे ने, ਉਹ ਨੇ जिन्हां नूं मुख धारा हिंदुत्व भी नहीं मनते, तो वो आसाराम रेपिस्ट के चेले ने सारे। एक वखरा इन्हां दी लाइन रही है, लेकिन इन्हां नूं ही क्यों चुनिया जाता है? फिर ऐसा की हुंदा है कि जे एक थां हुंदा है, दूजा हुंदा, बाकी हर थां CCTV कैमरे ने, उन्हां च क्यों नहीं बंदे आंदे? और जदों आस्ट्रेलिया दे विच जिथे कि ਸਿੰਘਾਂ ने सने ब्रश पेंट उन्हां दे 4 बंदे फड़ ले जिहड़े कि जा रहे सी ये काम करनों, चारे ही हिंदू तो भी निकले। सो ये भी उन्होंने, और मैं समझदा भी जिस तेजी नाल ये इस किस्म का प्रचार रहे ने, ये विद इन कंट्री ये मैसेज दे रहे ने हिंदुआं नूं कि तुसीं गुरुद्वारियां ते हमला करो। वो कह रहे ने कि भी देखो जी मंदिरां दा की हाल हो रहा। हालां रामनौमी दे मौके दे उत्ते 100 तो ज़्यादा थावां दे उत्ते इन्हां ने मसीतां साड़ियां ने। हिस्टोरिकल 16वीं 17वीं सदी की मसीत भी बिहार दे विच हमले और बराबर, और उहदे ते ईवन OIC जिहड़ी 57 मुल्क इस्लामिक ने उन्होंने प्रोटेस्ट किया, और उन्होंने भी उन्होंने ट्रैश किया इंडिया ने कि तुहानूं कोई हक नहीं साडे अंदरूनी मामलों च दखल अंदाजी करन दा। सो जिवें नाज़ी, जदों मैं बार बार 1930s की नाज़ी कार्यशैली वाल जांदा है, तो मैनू नहीं लगता कि भी ये क्यों अखां बंद कीतियां हुईयां ने। उस पीरीयड च भी यही कुछ वापर रहा सी। बाहर ना सोशलिस्ट रिपब्लिक ऑफ जर्मनी सी, फिर हिटलर वो कोई फौजी जरनल नहीं सी जिन्हें कू करके पावर लई सी, वो भी वोटां राही चुन के पार्टी उन्हें बनाई, पोलिटिकली मेजोरिटी उन्होंने मिली, नाजी पार्टी। इस तरह मोदी बेशक कोई इन्हें कू नहीं किया है, लेकिन जिहड़ा पैटर्न उही है भी तुसी मेजोरिटेरियनिज्म दे थल्ले बाकियां दी आवाज़ नूं दब रहे हो। सो इस गल वाल सानू जो अज पंजाब दे विच हालात बनाए ने, इन्हां ने कर लिया कंकलूड कि भी 20 करोड़ मुसलमानां ने गोडे टेके हुए ने। कश्मीरी लड़न वाले सी, हुण कश्मीरियां दा की हाल किया होया 2019 तो बाद उत्थे की चल रहा है। सो सिखां नूं उन्हां ने डायस्पोरा नूं भी बदनाम, मिलाइन और उन्होंने लिए एक डिफिकल्टी पैदा करने की लाइन है। बट विद इन द कंट्री और जोड़े बाहरले स्टेटां 'च बैठे सिख ने वो तो इन्हों के वैसे ही प्रिजनर ऑफ वॉर ने। और पंजाब दे विच ये जोड़ा सारा पार्ट है, जो तुसी सोशल मीडिया ते भी पैटर्न देखो तो ईवन विद इन भी सिखां नूं डिवाइड करने की लाइन है। क्योंकि किसान मूवमेंट दे विच वाई करन वाले जोड़े ने लोग उही मूहरे सी, और हुण भी ये कहा जा रहा जी इन्हां ने गंद पाया होया ताकि सिखां दे बाकी वर्गां नूं, जिन्हां च व्यापारी वर्ग है, होर वर्गां दे लोग ने, उन्हां नूं दस्सिया जाए जी असीं तुहानूं कुछ नहीं कहना, असीं तां इन्हां नूं जिहड़े किसान बने हुए ने और इन्हां दे दिमाग असीं ठीक करने ने। ठीक उवें ही जिवें नाज़ियां ने एक 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 करके वर्ग नूं चुनिया, दूसरे नूं लगदा सी भी मैं तां सेफ हां, मेरे नाल कुछ नहीं होण जा रहा। सो ये उन्हां दे लई जिहड़ा उन्होंने सिखां दा मरिया मेट करना, ये हुण सिख कौम ने देखना है भी असीं इस जिहड़ी मेक और मार मूवमेंट है इहदे च अपनी हिफाजत दे लई, अपने कौमी घर खालिस्तान दे लई अपनी ताकत नूं किवें एक थां इकट्ठियां करके अल्टीमेटली इस जाबर हुकूमत तो छुटकारा पाउणा है। कल्ला हुकूमत ही नहीं, दिल्ली तख्त नालों असीं अड्ड
ਆਪਣਾ ਮੁਲਕ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਅਸੀਂ ਕਿਵੇਂ ਲਿਬਰੇਟ ਕਰਵਾਉਣਾ ਹੈ।